ਅਸੀਂ ਅੱਜ ਹਰ ਇੱਕ ਪਹਿਲੂ ਤੇ ਗੱਲਬਾਤ ਕਰਾਂਗੇ ਕਿਉਂਕਿ ਜੇ ਜਾਨ ਹੈ ਤਾਂ ਜਹਾਨ ਹੈ ਤੇ ਨਾਲ ਹੀ ਜੇ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋਗੇ ਤਾਂ ਸਭ ਕੁਝ ਵਧੀਆ ਹੁੰਦਾ ਹੈ। ਨਾਲ ਹੀ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਲਾਈਫ ਸਟਾਈਲ ਦੀ, ਡਾਈਟ ਦੀ, ਕਿਉਂਕਿ ਜੇ ਪੰਜਾਬੀਆਂ ਦੀ ਗੱਲ ਕੀਤੀ ਜਾਵੇ ਤਾਂ ਸਭ ਨੂੰ ਪਤਾ ਹੈ ਕਿ ਪੂਰੇ ਜੋ ਮਨ ਕਰਦਾ ਉਹ ਖਾਂਦੇ ਨੇ, ਜੋ ਮਨ ਕਰਦਾ ਉਹ ਪੀਂਦੇ ਨੇ। ਹੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਚਾਹੇ ਹਾਈਪਰਟੈਂਸ਼ਨ ਹੋਵੇ, ਡਾਇਬਟੀਜ਼ ਹੋਵੇ ਜਾਂ ਫਿਰ ਮੋਟਾਪਾ ਹੋਵੇ, ਨੈਸ਼ਨਲ ਐਵਰੇਜ ਤੋਂ ਵੀ ਜ਼ਿਆਦਾ ਸਾਡੇ ਜਿਹੜੇ ਹੈ ਪੇਸ਼ੈਂਟਸ ਹੈ। ਇਸ ਲਈ ਅਸੀਂ ਅੱਜ ਡਾਈਟ ਦੀ ਗੱਲ ਕਰਾਂਗੇ, ਲਾਈਫ ਸਟਾਈਲ ਦੀ ਗੱਲ ਕਰਾਂਗੇ ਤੇ ਸਭ ਤੋਂ ਇੰਪੋਰਟੈਂਟ ਇਨਫਰਟੀਲਿਟੀ, ਕਿਉਂਕਿ ਪੰਜਾਬ ਦੇ ਵਿੱਚ ਇਸ ਦੇ ਕੇਸਿਸ ਵੀ ਬਹੁਤ ਜ਼ਿਆਦਾ ਲਗਾਤਾਰ ਵੱਧ ਰਹੇ ਨੇ। ਤੇ ਸਾਡੇ ਨਾਲ ਡਾਕਟਰਸ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਡਾਕਟਰ ਬਰਿੰਦਰ ਸਿੰਘ ਯੋਗੀ ਨੇ ਸਾਡੇ ਨਾਲ ਫਰੋਮ ਯੋਗੀ ਹੈਲਥ ਕੇਅਰ ਸੈਂਟਰ ਤੋਂ। ਇਸ ਦੇ ਨਾਲ ਹੀ ਡਾਕਟਰ ਗਗਨਦੀਪ ਸਿੰਘ ਨੇ ਨਵਜੀਵਨ ਹਸਪੀਟਲ ਤੋਂ, ਤੇ ਨਾਲ ਹੀ ਡਾਕਟਰ ਰੀਮੀ ਸਿੰਗਲਾ ਨੇ ਫਰੋਮ ਰੇਡੀਅੰਸ ਹਸਪੀਟਲ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਡਾਕਟਰ ਰੀਮੀ ਸਿੰਗਲਾ, ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਜਦੋਂ ਗੱਲ ਆਉਂਦੀ ਹੈ ਇਨਫਰਟੀਲਿਟੀ ਦੀ, ਹਰ ਇੱਕ ਮਹਿਲਾ ਦਾ ਇੱਕ ਸੁਪਨਾ ਹੁੰਦਾ ਹੈ ਕਿ ਉਹ ਮਾਂ ਜ਼ਰੂਰ ਬਣੇ, ਪਰ ਅੱਜ ਕੱਲ੍ਹ ਜੇ ਦੇਖਿਆ ਜਾਵੇ ਤਾਂ ਬਹੁਤ ਸਾਰੀ ਪ੍ਰੋਬਲਮਸ ਜਿਹੜੀਆਂ ਨੇ ਉਹ ਆ ਰਹੀਆਂ ਨੇ ਮਹਿਲਾਵਾਂ ਨੂੰ। ਇਸ ਦਾ ਮੁੱਖ ਕਾਰਨ ਕੀ ਹੈ? ਪਹਿਲਾਂ ਤਾਂ ਮੈਂ ਜੀ ਆਇਆਂ ਨੂੰ ਕਹੂੰਗੀ ਜ਼ੀ ਨਿਊਜ਼ ਵੱਲੋਂ ਕਿ ਉਹਨਾਂ ਨੇ ਅੱਜ ਮੈਨੂੰ ਆਪਣੇ ਇਸ ਪੈਨਲ ਦੇ ਵਿੱਚ ਸ਼ਾਮਿਲ ਕੀਤਾ। ਬੀਇੰਗ ਐਨ ਇਨਫਰਟੀਲਿਟੀ ਐਂਡ IVF ਐਕਸਪਰਟ, ਮੈਨੂੰ ਇਸ ਫੀਲਡ 'ਚ ਆਲਮੋਸਟ 20 ਇਅਰਸ ਹੋ ਚੁੱਕੇ ਹੈ ਅਤੇ ਮੈਂ ਆਪਣਾ 20 ਇਅਰਸ ਦਾ ਤਜਰਬਾ ਜਿਹੜਾ ਹੈਗਾ ਉਹ ਤੁਹਾਡੇ ਨਾਲ ਡਿਸਕਸ ਕਰਨਾ ਚਾਹੂੰਗੀ। ਬੇਸਿਕਲੀ ਜੇ ਮੈਂ ਅੱਜ ਕਹਾਂ ਕਿ ਮੇਰੇ ਕੋਲ ਜਿਵੇਂ ਕੋਈ ਲੇਡੀਜ਼ ਆਉਂਦੀਆਂ ਨੇ OPD ਦੇ ਵਿੱਚ, ਸਭ ਤੋਂ ਜਿਹੜੀ ਮੇਨ ਪ੍ਰੋਬਲਮ ਹੁੰਦੀ ਹੈ ਉਹਨਾਂ ਦਾ ਸਟ੍ਰੈਸ। ਕਿਉਂਕਿ ਅੱਜ ਕੱਲ੍ਹ ਜੋ ਟਾਈਮ ਆ ਰਿਹਾ ਹੈ, ਲੇਡੀਜ਼ ਜਿਹੜੀਆਂ ਹੈਗੀਆਂ, ਗਰਲਸ ਜਿਹੜੀਆਂ ਹੈਗੀਆਂ, ਉਹ ਵਿਆਹ ਨਹੀਂ ਕਰਾਉਣਾ ਚਾਹੁੰਦੀਆਂ ਨੇ ਕਿਤਾ। ਉਹਨਾਂ ਦਾ ਮੇਨ ਕਾਰਨ ਹੁੰਦਾ ਹੈ ਕਿ ਉਹ ਵਿਆਹ ਕਰਾਉਣਗੀਆਂ ਤਾਂ ਮੈਨੂੰ ਪਹਿਲਾਂ ਮੇਰਾ ਆਪਣਾ ਕਰੀਅਰ ਜਿਹੜਾ ਹੈਗਾ ਉਹ ਅੱਜ ਦੇ ਟਾਈਮ ਦੇ ਵਿੱਚ ਦੈਟ ਇਜ਼ ਵੈਰੀ ਇੰਪੋਰਟੈਂਟ ਫॉर ਐਵਰੀ ਗਰਲਸ। ਉਹਨਾਂ ਨੂੰ ਹੁੰਦਾ ਕਿ ਵਿਆਹ ਅਸੀਂ 30 ਸਾਲ ਤੋਂ ਬਾਅਦ ਕਰਾਈਏ ਜਾਂ 35 ਸਾਲ ਤੋਂ ਬਾਅਦ ਕਰਾਈਏ, ਜਾਂ ਫਿਰ ਸਾਨੂੰ ਕੋਈ ਪਾਰਟਨਰ ਜਿਹੜਾ ਹੈਗਾ ਉਹ ਅੱਛਾ ਮਿਲੇਗਾ ਤਾਂ ਹੀ ਅਸੀਂ ਵਿਆਹ ਕਰਾਵਾਂਗੇ। ਅਤੇ ਇਸ ਕਰਕੇ ਸਟ੍ਰੈਸ ਇਜ਼ ਦੀ ਮੇਨ ਫੈਕਟਰ। ਸੈਕਿੰਡ ਮੈਂ ਕਹੂੰਗੀ ਜਿਹਨੂੰ ਅਸੀਂ ਕਹਿੰਦੇ ਹਾਂ ਜਿਵੇਂ ਟੀਨਏਜ ਗਰਲ ਹੈ, ਜਦੋਂ ਇੱਕ ਗਰਲ ਜਿਹੜੀ 13-14 ਸਾਲ ਦੀ ਹੁੰਦੀ ਹੈ, ਜੇ ਸਪੋਜ਼ਿੰਗ ਉਹਦੇ ਪੀਰੀਅਡਸ ਉਸ ਟਾਈਮ 'ਤੇ ਨਹੀਂ ਆਉਂਦੇ ਤਾਂ ਕਮ ਸੇ ਕਮ ਪੈਰੈਂਟਸ ਨੂੰ, ਇੱਕ ਮਦਰ ਨੂੰ ਇਹ ਸੋਚਣਾ ਚਾਹੀਦਾ ਕਿ ਉਹਦੇ ਪੀਰੀਅਡਸ ਕਿਉਂ ਨਹੀਂ ਆ ਰਹੇ। ਕਿਉਂਕਿ ਉਸ ਟਾਈਮ 'ਤੇ ਉਹਦਾ ਖਾਣ ਪਾਨ ਜਿਹੜਾ ਉਹ ਕੁਝ ਖਾ ਰਹੀ ਹੈ, ਜਾਂ ਉਹਦਾ ਜਿਹੜੀ ਗਰੋਥ ਹੈ ਜਿੰਨੀ ਨੋਰਮਲ ਹੋਣੀ ਚਾਹੀਦੀ ਹੈ ਉਸ ਤੋਂ ਜ਼ਿਆਦਾ ਹੈ, ਜਾਂ ਉਹ ਕਿਸੇ ਸਪੋਰਟਸ ਦੇ ਵਿੱਚ ਭਾਗ ਨਹੀਂ ਲੈ ਰਹੀ ਹੈਗੀ, ਸਪੋਰਟਸ ਦੇ ਵਿੱਚ ਰੈਗੂਲਰ ਨਹੀਂ ਜਾ ਰਹੀ ਹੈਗੀ। ਤਾਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਕਿ ਜਿਹੜੀਆਂ ਹਾਰਮੋਨਲ ਪ੍ਰੋਬਲਮਸ ਹੈ ਉਸ ਏਜ ਤੋਂ ਆ ਕੇ ਉਹ ਸ਼ੁਰੂ ਹੁੰਦੀਆਂ ਨੇ। ਜੇ ਆਪਾਂ ਉਸੇ ਟਾਈਮ ਉਸੇ 'ਤੇ ਕੰਟਰੋਲ ਕਰ ਲਈਏ ਤਾਂ ਅੱਗੇ ਜਾ ਕਰਕੇ ਸ਼ਾਇਦ ਹੋ ਸਕਦਾ ਹੈ ਕਿ ਉਹ ਚੀਜ਼ਾਂ ਸਾਨੂੰ ਨਾ ਦੇਖਣੀਆਂ ਪੈਣ, ਕਿਉਂਕਿ ਉਸ ਟਾਈਮ 'ਤੇ ਜੜ ਹੁੰਦੀ ਹੈ ਹਾਰਮੋਨਸ ਦੀ। ਜੇ ਅਸੀਂ ਉਸੇ ਟਾਈਮ 'ਤੇ ਹਾਰਮੋਨਸ ਜਿਹੜੇ ਹੈਗੇ ਨੇ ਕੰਟਰੋਲ ਕਰ ਲਈਏ ਆਪਣੇ ਲੈਵਲ 'ਤੇ, ਕਿ ਉਹਨਾਂ ਦਾ ਜਿਹੜਾ ਖਾਣ ਪਾਨ ਹੈ ਉਹ ਅਸੀਂ ਚੇਂਜ ਕਰੀਏ। ਉਸ ਤੋਂ ਇਲਾਵਾ ਜਿਹੜੀ ਉਹਨਾਂ ਦੀ ਐਕਟੀਵਿਟੀਜ਼ ਹੈ ਡੇਲੀ, ਜਿਵੇਂ ਕਿ ਮੈਂ ਕਹੂੰਗੀ ਸਪੋਰਟਸ ਟੀਨਏਜ ਗਰਲ ਲਈ ਬਹੁਤ ਜ਼ਰੂਰੀ ਹੈ। ਚਾਹੇ ਤੁਸੀਂ ਬਾਸਕਟਬਾਲ 'ਚ ਪਾਓ, ਚਾਹੇ ਤੁਸੀਂ ਫੁੱਟਬਾਲ 'ਚ ਪਾਓ, ਜਾਂ ਕਿਸੇ ਵੀ ਸਪੋਰਟਸ ਦੇ ਵਿੱਚ ਪਾਓ, ਪਰ ਉਹ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜਾ ਉਹਦਾ ਇੱਕ ਹਾਰਮੋਨਲ ਬੈਲੈਂਸ ਹੈਗਾ ਬਾਡੀ ਦਾ ਉਹ ਠੀਕ ਰਹੇ। ਅਤੇ ਕਈ ਹੁੰਦੀਆਂ ਕਿ ਗਰਲਸ, ਉਹਨਾਂ ਨੂੰ ਪੀਰੀਅਡਸ ਹੀ ਨਹੀਂ ਆਉਂਦੇ ਹੈਗੇ, 5-5 6-6 ਮਹੀਨੇ ਨਿਕਲ ਜਾਂਦੇ ਆ, ਸਾਲ ਨਿਕਲ ਜਾਂਦੇ ਆ, 2 ਸਾਲ ਨਿਕਲ ਜਾਂਦੇ ਆ। ਪੈਰੈਂਟਸ ਹੁੰਦੇ ਆ ਕਿ ਚਲੋ ਕੋਈ ਗੱਲ ਨਹੀਂ ਜੀ, ਬੱਚਾ ਪੜ੍ਹ ਰਿਹਾ ਹਜੇ, ਆ ਜਾਣਗੇ, ਪਰ ਮੇਨ ਜੜ ਕਿੱਥੇ ਹੈ? ਦੈਟ ਵੀ ਹੈਵ ਟੂ ਐਕਸਪਲੋਰ। ਜੇ ਆਪਾਂ ਉਸੇ ਟਾਈਮ 'ਤੇ ਉਹਨੂੰ ਜਾ ਕੇ ਕੈਚ ਕਰ ਲਾਂਗੇ ਤਾਂ ਅੱਗੇ ਜਾ ਕਰਕੇ ਦੇਖੋ ਨੇ ਮਾਂ ਤਾਂ ਬਣਨਾ ਹੀ ਬਣਨਾ ਹੈ ਨਾ। 20-25 ਸਾਲ ਤੋਂ ਬਾਅਦ, 30 ਸਾਲ ਤੋਂ ਬਾਅਦ ਵਿਆਹ ਤਾਂ ਹੋਣਾ ਹੀ ਹੋਣਾ। ਲੇਕਿਨ ਜੇ ਉਸੇ ਟਾਈਮ 'ਤੇ ਉਹਨੂੰ ਪੀਰੀਅਡਸ ਦੀ ਦਿੱਕਤ ਆਏਗੀ ਤਾਂ ਅੱਗੇ ਜਾ ਕੇ ਤਾਂ ਆਪਾਂ ਨੂੰ ਸੋਚਣਾ ਹੀ ਪਏਗਾ ਨਾ ਕਿ ਹੁਣ ਕੀ ਕਰੀਏ। ਇਸ ਕਰਕੇ ਇਹ ਚੀਜ਼ਾਂ ਬਹੁਤ, ਮਤਲਬ ਆਪਣੀ ਰੂਟੀਨ ਜਿਹੜੀ ਲਾਈਫ ਸਟਾਈਲ ਹੈ ਨਾ ਉਹ ਚੇਂਜ ਕਰਨੀ ਬਹੁਤ ਜ਼ਰੂਰੀ ਹੈ। ਬਹੁਤ ਜ਼ਰੂਰੀ ਹੈ। ਡਾਕਟਰ ਯੋਗੀ, ਤੁਹਾਡੇ ਕੋਲ ਵੀ ਜਿਹੜੇ ਪੇਸ਼ੈਂਟਸ ਆਉਂਦੇ ਨੇ, ਕੀ ਕਾਰਨ ਤੁਹਾਨੂੰ ਲੱਗਦਾ ਹੈ ਜਾਂ ਉਹ ਕੀ ਕਾਰਨ ਦੱਸਦੇ ਨੇ ਕਿ ਉਹਨਾਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮਸ ਜਿਹੜੀਆਂ ਨੇ ਆਉਂਦੀਆਂ ਨੇ, ਖਾਸ ਤੌਰ 'ਤੇ ਸੈਕਸ਼ੂਅਲ ਪ੍ਰੋਬਲਮਸ? Firstly, Nitika, I would like to welcome everybody here and the effort of Z, ਜਿਨ੍ਹਾਂ ਨੇ ਇਹ ਐਫਰਟ ਕੀਤਾ ਕਿ ਡਾਕਟਰਸ ਨੂੰ ਮੰਚ 'ਤੇ ਲਿਆਂਦਾ ਕਿ ਜਿਹੜੇ ਸਿਹਤ ਸੰਬੰਧਿਤ ਆਪਣੇ ਐਕਸਪੀਰੀਅੰਸ ਸ਼ੇਅਰ ਕਰ ਸਕਣ ਅਤੇ ਜਾਗਰੂਕ ਕਰ ਸਕਣ ਸਭ ਨੂੰ। ਸੈਕਸ਼ੂਅਲ ਦੇ ਵਿੱਚ ਮੋਸਟਲੀ ਜੋ ਅਸੀਂ ਨੋਟ ਕੀਤਾ ਹੈ, ਵੇਅਰਐਜ਼ ਜਿਹੜਾ ਸਾਡਾ ਕਲੀਨਿਕ ਹੈ ਦੈਟ ਇਜ਼ ਟੋਟਲੀ ਮੈਨ ਦੇ ਰਿਲੇਟਿਡ ਹੈ, ਪੁਰਸ਼ਾਂ ਦੇ ਰਿਲੇਟਿਡ ਹੈ। ਇਹਦੇ ਵਿੱਚ ਅਸੀਂ ਮੈਕਸੀਮਮ ਨੋਟ ਇਹ ਕੀਤਾ ਕਿ ਇਟ ਇਜ਼ ਫਸਟਲੀ, ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਹਾਰਮੋਨਲ ਚੇਂਜਸ ਹੋ ਜਾਂਦੇ ਹੈ। ਦੂਸਰਾ, ਡਾਈਟਸ ਪ੍ਰੋਪਰ ਨਹੀਂ ਹੁੰਦੀਆਂ। ਸਾਡੇ ਇੱਥੇ ਸਭ ਤੋਂ ਜ਼ਿਆਦਾ ਜਿਹੜੀ ਪ੍ਰੋਬਲਮ ਹੈਗੀ ਹੈ ਉਹ ਡਰੱਗਸ ਦੀ ਵਜ੍ਹਾ ਨਾਲ, ਐਕਸੈਸਿਵ ਐਲਕੋਹਲ ਦੀ ਵਜ੍ਹਾ ਨਾਲ, ਰੋਂਗ ਕੰਬੀਨੇਸ਼ਨ ਆਫ ਡਾਈਟ, ਜਿਸ ਨੂੰ ਲੋਕੀ ਬੋਦਰ ਹੀ ਨਹੀਂ ਕਰਦੇ, ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਅਸੀਂ ਬੇਸਿਕਲੀ ਕੀ ਆਹਾਰ ਲੈ ਰਹੇ ਹਾਂ। ਆਯੁਰਵੇਦ ਦੇ ਵਿੱਚ ਵੀ ਸਭ ਤੋਂ ਪਹਿਲੇ ਜਿਹੜੀ ਚੀਜ਼ ਦਿੱਤੀ ਗਈ ਹੈ ਉਹ ਆਹਾਰ ਦਾ ਦਿੱਤਾ ਗਿਆ ਹੈਗਾ ਕਿ ਅਸੀਂ ਰਾਈਟ ਕੰਬੀਨੇਸ਼ਨ ਆਫ ਮੀਲਸ ਦਾ ਪ੍ਰਯੋਗ ਕਰੀਏ।
ਤਾਂ ਕਿ ਸਾਨੂੰ ਅੱਛੇ ਰਿਜ਼ਲਟਸ ਮਿਲ ਸਕਣ, ਬੋਡੀ ਹੈਲਦੀ ਰਹਿ ਸਕੇ। ਤੀਸਰਾ, ਡਰੱਗਸ ਦਾ ਯੂਜ਼ ਬਹੁਤ ਜ਼ਿਆਦਾ ਹੋ ਜਾਂਦਾ ਹੈਗਾ। ਪੀਪਲ ਦੇ ਡੋਂਟ ਡੂ ਐਕਸਰਸਾਈਜ਼ਸ, ਦੇ ਆਰ ਨਾਟ ਬੋਦਰਡ ਅਬਾਊਟ ਐਨੀਥਿੰਗ, ਤੇ ਇਹਦੀ ਵਜ੍ਹਾ ਨਾਲ ਇਹ ਚੀਜ਼ਾਂ ਨਾ ਡੇ ਬਾਈ ਡੇ ਵੱਧਦੀਆਂ ਜਾ ਰਹੀਆਂ। ਐਂਡ ਦ ਮੇਨ ਥਿੰਗ ਕਿ ਲੋਕੀ ਜਿਹੜੇ ਓਵਰ ਸਟ੍ਰੈਸ ਲੈ ਲੈਂਦੇ, ਓਵਰ ਬਰਡਨ ਲੈ ਲੈਂਦੇ ਹੈ, ਉਹਦੀ ਵਜ੍ਹਾ ਨਾਲ ਵੀ ਇਹ ਪ੍ਰੋਬਲਮ ਬਹੁਤ ਜ਼ਿਆਦਾ ਐਕਸਟ੍ਰੀਮ 'ਚ ਜਾਂਦੀ ਜਾ ਰਹੀ ਹੈ ਡੇ ਬਾਈ ਡੇ। ਬਿਲਕੁਲ। ਸਾਡੇ ਨਾਲ ਡਾਕਟਰ ਗਗਨਦੀਪ ਨੇ, ਸਾਈਕੈਟ੍ਰਿਸਟ ਵੀ ਨੇ, ਤੇ ਇਹ ਬੈਟਰ ਸਮਝਾ ਸਕਦੇ ਨੇ ਸਟ੍ਰੈਸ, ਡਰੱਗਸ ਦਾ ਜ਼ਿਕਰ ਜਿਹੜਾ ਹੈ ਉਹ ਡਾਕਟਰਸ ਨੇ ਕੀਤਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿੰਨਾ ਰੋਲ ਜਿਹੜਾ ਹੈ ਇਸ ਦਾ ਰਹਿੰਦਾ ਹੈ? ਗੁੱਡ ਮਾਰਨਿੰਗ ਸਾਰਿਆਂ ਨੂੰ ਮੇਰੇ ਵੱਲੋਂ। ਮੈਂ ਡਾਕਟਰ ਗਗਨ, ਕੰਸਲਟੈਂਟ ਸਾਈਕੈਟ੍ਰਿਸਟ ਐਂਡ ਡੀ ਐਡਿਕਸ਼ਨ ਐਕਸਪਰਟ, ਨਵਜੀਵਨ ਹਸਪੀਟਲ ਲੁਧਿਆਣਾ ਤੋਂ। ਮੈਂ ਸਪੈਸੀਫਿਕਲੀ ਮੈਂਸ਼ਨ ਕਰੂੰਗਾ ਸਟ੍ਰੈਸ ਦਾ ਕੀ ਰੋਲ ਹੈ ਆਪਣਾ IVF ਦੇ ਵਿੱਚ। ਸਟ੍ਰੈਸ ਆਪਣੇ ਆਪ ਵਿੱਚ ਬਹੁਤ ਵੱਡਾ ਲਫ਼ਜ਼ ਹੈ। ਡਿਊਰਿੰਗ IVF ਅਗਰ ਦੇਖੀਏ ਜਾਂ ਪ੍ਰੋਸੀਜਰ ਤੋਂ ਪਹਿਲਾਂ, ਡਿਊਰਿੰਗ ਜਾਂ ਆਫਟਰ ਦੀ IVF, ਉਹ ਸਾਰਾ 9 ਮਹੀਨੇ ਅੰਡਰ ਸਟ੍ਰੈਸ ਨਿਕਲਦੇ ਹੈ। ਉਹਦਾ ਰੀਜ਼ਨ ਕੀ ਹੈ? ਕਿਉਂਕਿ ਪਹਿਲਾਂ ਮਲਟੀਪਲ ਫੇਲੀਅਰਸ ਹੋ ਚੁੱਕੇ ਹੁੰਦੇ ਹੈ। ਹਮੇਸ਼ਾ, ਹਰ ਰੋਜ਼, ਹਰ ਪਲ, ਹਰ ਘੜੀ ਪੇਸ਼ੈਂਟ ਨੂੰ ਡਰ ਬਣਿਆ ਰਹਿੰਦਾ ਹੈ ਜਦੋਂ ਤੱਕ ਡਿਲੀਵਰੀ ਹੋ ਨਹੀਂ ਜਾਂਦੀ। ਅਤੇ ਇਹਦੇ ਨਾਲ ਨਾਲ ਹਮੇਸ਼ਾ ਹੋਪ ਜਿਹੜੀ ਹੈ ਉਹ ਮੇਨਟੇਨ ਕਰ ਪਾਉਣਾ ਪੇਸ਼ੈਂਟ ਲਈ ਬਹੁਤ ਨੈਸੈਸਰੀ ਹੈ ਕਿ ਬੀਇੰਗ ਹੋਪਫੁਲ, ਕਿਉਂਕਿ ਜਿੱਥੇ ਪੇਸ਼ੈਂਟ ਹੋਪ ਛੱਡਦਾ ਹੈ ਤਾਂ ਉਹਨੂੰ ਇਮੋਸ਼ਨਲੀ ਅਤੇ ਸਾਈਕੋਲੋਜੀਕਲੀ ਸਟ੍ਰੈਸ ਉਹਦਾ ਇਨਕਰੀਜ਼ ਹੋ ਜਾਂਦਾ ਹੈ। ਰਹੀ ਗੱਲ ਇਹਦੇ ਨਾਲ ਜੇ ਆਪਾਂ ਐਡ ਕਰੀਏ ਡਰੱਗਸ ਦੀ, ਰੀਕ੍ਰੀਏਸ਼ਨਲ ਪਰਪਸ, ਜਿਹੜੇ ਦੇਖਿਆ ਗਿਆ ਜਿਹੜੇ ਲੇਡੀਜ਼ 30 ਈਅਰਸ ਤੋਂ ਜ਼ਿਆਦਾ ਏਜ ਹੈ ਜਿਨ੍ਹਾਂ ਦੀ, ਅਪਰੋਕਸੀਮੇਟਲੀ 30% ਆਫ ਦੋਜ਼ ਲੇਡੀਜ਼ ਕੰਜ਼ਿਊਮ ਟੋਬੈਕੋ ਥਰੂ ਨਿਕੋਟਿਨ ਸਮੋਕਿੰਗ। ਉਹਦੇ ਨਾਲ ਕੀ ਹੁੰਦਾ, ਐਗਸ ਦੀ ਕੁਆਲਿਟੀ ਬਹੁਤ ਇਫੈਕਟ ਹੁੰਦੀ ਹੈ। ਐਗਸ ਦੀ ਕੁਆਲਿਟੀ ਜ਼ਰੂਰੀ ਨਹੀਂ ਹੈ ਕਿ ਇਕੱਲੀ ਫੀਮੇਲ, ਅਗਰ ਤੁਹਾਡਾ ਪਾਰਟਨਰ ਵੀ ਅਗਰ ਡਰੱਗਸ ਯੂਜ਼ ਕਰ ਰਿਹਾ ਤਾਂ ਉਹਦੇ ਸਪਰਮ ਦੀ ਕੁਆਲਿਟੀ ਵੀ ਬਹੁਤ ਇਫੈਕਟ ਹੋਏਗੀ। ਤਾਂ ਉਹਦੇ ਨਾਲ ਨਾਲ ਤੁਹਾਡੀ ਫਰਟੀਲਿਟੀ 'ਤੇ ਬਹੁਤ ਇਫੈਕਟ ਪਏਗਾ ਅਗਰ ਤੁਹਾਡਾ ਪਾਰਟਨਰ ਵੀ ਅਗਰ ਰੀਕ੍ਰੀਏਸ਼ਨਲ ਡਰੱਗਸ ਯੂਜ਼ ਕਰ ਰਿਹਾ, ਸੱਚ ਐਸ ਕੈਨਾਬਿਸ ਹੋ ਗਿਆ, ਕੋਕੇਨ ਹੋ ਗਿਆ, ਐਟਸੈਕਟਰਾ, ਐਮਫੀਟਾਮੀਨ, ਕੀਟਾਮਾਈਨ, ਐਵਰੀਥਿੰਗ। ਹੁਣ ਇਹਦੇ ਵਿੱਚ ਆਪਾਂ ਉਹਨੂੰ ਕਿੱਦਾਂ ਕਹਿ ਸਕਦੇ ਹਾਂ ਕੋਪ ਅਪ ਕਰਨ ਲਈ? ਸਭ ਤੋਂ ਪਹਿਲਾਂ ਹੈ ਈਜ਼ੀ ਜਿਹੜਾ ਰੋਲ ਹੈ, ਐਕਸਰਸਾਈਜ਼ ਹੈ, ਜਿਹੜੀ ਕਿ ਸਭ ਤੋਂ ਈਜ਼ੀ ਮੈਥਡ ਹੈ ਸਟ੍ਰੈਸ ਨੂੰ ਘਟਾਉਣ ਵਾਸਤੇ। ਦੂਸਰਾ, ਪੇਸ਼ੈਂਟ ਨੂੰ ਇਹ ਕਹਿਣਾ, ਮਾਈਂਡਫੁਲਨੈਸ ਇੱਕ ਮੈਥਡ ਹੁੰਦਾ ਹੈ ਕਿ ਆਪਣੇ ਆਪ ਨੂੰ ਅਸਲੀਅਤ ਦੇ ਦਾਇਰੇ ਵਿੱਚ ਆਪਣੇ ਆਪ ਨੂੰ ਪਹਿਚਾਣ ਦੇਣੀ ਕਿ ਮੈਂ ਕੀ ਹਾਂ, ਮੇਰਾ ਕੀ ਟਾਰਗੇਟ ਹੈ ਅਤੇ ਇਹਦੇ ਵਿੱਚ ਕੀ ਕੀ ਹੋ ਸਕਦਾ ਹੈ ਮੇਰੇ ਨਾਲ। ਉਹਦੇ ਲਈ ਪੇਸ਼ੈਂਟ ਨੂੰ ਪਹਿਲਾਂ ਹੀ ਰੈਡੀ ਰੱਖਣਾ ਤਾਂ ਕਿ ਉਹਦੇ ਲਈ ਸਡਨ ਇੱਕੋ ਦਮ ਉਹਨੂੰ ਕੋਈ ਅਸਮਾਨ 'ਤੇ ਜਿਵੇਂ ਕੋਈ ਟੁੱਟਦੀ ਹੈ ਚੀਜ਼, ਉੱਦਾਂ ਦੀ ਫੀਲਿੰਗ ਨਾ ਆਵੇ। ਤੀਸਰੀ ਗੱਲ ਇਹ, ਮੋਸਟ ਅੱਜ ਕੱਲ੍ਹ ਜੋ ਚੱਲ ਰਿਹਾ ਹੈ ਯੋਗਾ, ਮੈਡੀਟੇਸ਼ਨ, ਇਹ ਇੱਕ ਬਹੁਤ ਅੱਛੇ ਮੈਥਡਸ ਨੇ ਸਟ੍ਰੈਸ ਨੂੰ ਘਟਾਉਣ ਲਈ। ਫਿਲਹਾਲ ਆਈ ਕੈਨ ਸਟਾਪ ਵਿਦ ਦਿਸ। ਇੱਕ ਐਡ ਔਨ ਕਰਨਾ ਚਾਹੂੰਗੀ ਡਾਕਟਰ ਗਗਨ ਨੇ ਜੋ ਕਿਹਾ, ਇੱਕ ਇਹਦੇ ਵਿੱਚ ਇੱਕ ਫੈਕਟਰ ਹੈਗਾ ਜਿਮਿੰਗ। ਅੱਜ ਕੱਲ੍ਹ ਯੰਗ ਬॉयਜ਼ ਜਿਹੜੇ ਹੈਗੇ ਨੇ, ਦੇ ਮੋਰ ਪ੍ਰੈਫਰ ਟੂ ਗੋ ਟੂ ਜਿਮਸ ਕਿ ਉਹਨਾਂ ਨੇ ਆਪਣੀ ਬੋਡੀ ਬਿਲਡ ਕਰਨੀ ਹੈ। ਐਂਡ ਜਿਮ ਵਾਲੇ ਜਿਹੜੇ ਹੈਗੇ ਨੇ, ਕੁਛ ਨਾ ਕੁਛ ਪ੍ਰੋਟੀਨ ਸ਼ੇਕਸ ਲਗਾ ਲਓ ਜਾਂ ਉਹਨਾਂ ਦੀ ਡਾਈਟ ਲਗਾ ਲਓ। ਇਹ ਜੇ ਆਪਾਂ ਉਹਦਾ ਰਿਟਰੋਸਪੈਕਟਿਵ ਸਟੱਡੀ ਲੈ ਕੇ ਜਾਈਏ ਤਾਂ ਜਦੋਂ ਉਹ 25 ਤੋਂ 30 ਸਾਲ ਜਦੋਂ ਉਹਨਾਂ ਦਾ ਵਿਆਹ ਹੁੰਦਾ ਹੈ ਅਤੇ ਫਿਰ ਜਦੋਂ ਸਾਡੇ ਕੋਲ ਕੰਸਲਟੇਸ਼ਨ ਲਈ ਆਉਂਦੇ ਨੇ ਤਾਂ ਉਹਨਾਂ ਦੇ ਜਿਹੜੇ ਸਪਰਮ ਕਾਊਂਟਸ ਹੈਗੇ ਨੇ ਉਹ ਬਹੁਤ ਘੱਟ ਮਾਤਰਾ 'ਚ ਹੁੰਦੇ ਨੇ। ਅਤੇ ਇੱਕ ਇਹ ਅੱਜ ਮੈਂ ਇੱਕ ਇਹ ਮੈਸੇਜ ਜ਼ਰੂਰ ਦੇਣਾ ਚਾਹੂੰਗੀ ਕਿ ਜਿਹੜੇ ਬੱਚੇ ਜਿਮਿੰਗ ਜਾਂਦੇ ਨੇ ਜਾਂ ਜਿਮ ਕਰਦੇ ਨੇ ਤਾਂ ਪਲੀਜ਼ ਉਹਨਾਂ ਦੀ ਜਿਹੜੀ ਡਾਈਟ ਹੈਗੀ ਹੈ ਦੇ ਸ਼ੁੱਡ ਅਵੋਇਡ ਇਟ। ਉਹ ਆਪਣੀ ਡਾਈਟ ਨੈਚੁਰਲ ਤਰੀਕੇ ਨਾਲ ਲੈਣ, ਪਰ ਲੇਕਿਨ ਜਿਮਿੰਗ ਡਾਈਟ, ਕਿਉਂਕਿ ਉਹਦਾ ਸਿੱਧਾ ਇਫੈਕਟ ਸਪਰਮਸ 'ਤੇ ਹੈਗਾ ਹੀ ਹੈਗਾ। ਔਰ ਇਹਦੇ ਲਈ ਮੈਂ ਆਪਣੇ ਹਸਪੀਟਲ ਦੇ ਵਿੱਚ ਇੱਕ ਸਟੱਡੀ ਵੀ ਸ਼ੁਰੂ ਕੀਤੀ ਹੋਈ ਹੈ ਕਿ ਜਿਹੜੇ ਪੇਸ਼ੈਂਟਸ ਮੇਰੇ ਕੋਲ 30-32 ਸਾਲ ਦੇ ਆਉਂਦੇ ਨੇ ਅਤੇ ਉਹਨਾਂ ਦਾ ਜਿਹੜਾ ਸੀਮਨ ਕਾਊਂਟ ਹੈ ਅਚਾਨਕ ਇੱਕਦਮ ਜ਼ੀਰੋ ਕਿਉਂ ਹੋ ਜਾਂਦਾ ਜਾਂ ਇੱਕਦਮ ਖਤਮ ਕਿਉਂ ਹੋ ਜਾਂਦਾ ਹੈ। ਬਿਲਕੁਲ। ਡਾਕਟਰ ਗਗਨ ਕੁਝ ਇਸ ਤੇ ਆਈ ਕਹਿਣਾ ਵਿਲ ਚਾਹੁੰਦੇ? ਲਾਈਕ ਟੂ ਐਡ ਇਨ ਦਿਸ। ਇਹ ਸਪੈਸੀਫਿਕਲੀ ਜਿਹੜਾ ਹੁਣ ਅੱਜ ਕੱਲ੍ਹ 25 to 30 ਈਅਰਸ ਦੇ ਬੱਚੇ ਜਿਹੜੇ ਜਿਮਿੰਗ ਨੇ, ਉਹਨਾਂ ਵਿੱਚ ਇੱਕ ਨਈ ਐਡਿਕਸ਼ਨ ਪਾਈ ਗਈ ਹੈ, ਐਡਿਕਸ਼ਨ ਟੂ ਹੈਲਥ ਸਪਲੀਮੈਂਟਸ। ਯੈਸ, ਹਾਂ, ਹੈਲਥ ਸਪਲੀਮੈਂਟਸ ਬੇਸਿਕਲੀ। ਹੈਲਥ ਸਪਲੀਮੈਂਟਸ ਦੇ ਨਾਮ 'ਤੇ ਦੇ ਆਰ ਬੀਇੰਗ ਇੰਜੈਕਟਡ ਸਟੀਰੋਇਡਸ, ਵਿੱਚ ਜਿਹੜਾ ਕਿ ਸਟੀਰੋਇਡ ਉਹਨਾਂ ਦੀ ਬੋਡੀ ਵਿੱਚ ਨੈਚੁਰਲੀ ਪ੍ਰੋਡਿਊਸ ਹੋਣਾ ਉਹ ਬੰਦ ਹੋ ਜਾਂਦਾ ਹੈ। ਤੋ ਦਿਸ ਡਿਲੇਜ਼ ਦੇਅਰ ਸਪਰਮ ਮੈਟਾਬੋਲਿਜ਼ਮ ਜਿਹੜਾ ਜਾਂ ਉਹਨਾਂ ਦਾ ਜਿਹੜਾ ਅਡਲਟ ਲਾਈਫ, ਦੇ ਆਰ ਨਾਟ ਏਬਲ ਟੂ ਪਰਫਾਰਮ
ਵੈਲ ਉਹਨਾਂ ਦੀ ਲਿਬਿਡੋ ਘਟਦੀ ਹੈ ਅੱਗੇ ਜਾ ਕਰਕੇ। ਔਰ ਕਈ ਪੇਸ਼ੈਂਟਸ ਐਦਾਂ ਦੇ ਵੀ ਹੈਗੇ, ਸਪੋਜ਼ਿੰਗ ਪਹਿਲੀ ਵਾਰ ਬੱਚਾ ਹੋ ਗਿਆ ਉਹਨਾਂ ਕੋਲ 7-8 ਸਾਲ ਤੋਂ ਬਾਅਦ ਉਹਨਾਂ ਸੈਕਿੰਡ ਬੇਬੀ ਲਈ ਪਲਾਨ ਕਰਦੇ ਤੇ ਸੀਮਨ ਕਾਊਂਟ ਕਰਾਉਂਦੇ ਨੇ ਤੇ ਇੱਕਦਮ ਜ਼ੀਰੋ, ਤੇ ਉਹਨਾਂ ਦੀ ਡਿਟੇਲ ਹਿਸਟਰੀ ਜੇ ਆਪਾਂ ਲਈਏ ਤਾਂ ਪਿਛਲੇ 5 ਸਾਲ ਤੋਂ ਮੈਡਮ ਮੈਂ ਜਿਮ ਜਾ ਰਿਹਾ ਸੀ। ਬਿਲਕੁਲ, ਇਹ ਬਹੁਤ ਇੰਪੋਰਟੈਂਟ ਹੈ ਇਸ ਬਾਰੇ ਗੱਲਬਾਤ ਕਰਨਾ, ਕਿਉਂਕਿ ਬਹੁਤ ਸਾਰੇ ਜਿਹੜੇ ਯੂਥ ਹੈ ਅੱਜ ਕੱਲ੍ਹ ਜਿਮਿੰਗ ਕਰਦੇ ਹਨ ਪਰ ਉਹਨਾਂ ਨੂੰ ਇਸ ਬਾਰੇ ਪਤਾ ਨਹੀਂ ਹੋਣਾ। ਪਰ ਇੱਕ ਹੋਰ ਡਾਕਟਰ ਯੋਗੀ ਮੈਂ ਤੁਹਾਡੇ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਹਰ ਵਾਰ ਪਹਿਲਾਂ ਜਿਹੜੀ ਔਰਤ ਹੈ ਉਹਨੂੰ ਬਲੇਮ ਕੀਤਾ ਜਾਂਦਾ ਸੀਗਾ, ਫੀਮੇਲ ਨੂੰ ਹੀ ਬਲੇਮ ਕੀਤਾ ਜਾਂਦਾ ਸੀਗਾ ਇਨਫਰਟੀਲਿਟੀ ਲਈ, ਪਰ ਤੁਸੀਂ ਦੱਸਿਆ ਕਿ ਮੈਨ ਇਨਫਰਟੀਲਿਟੀ ਜਿਹੜੀ ਹੈ ਉਹ ਵੀ ਬਹੁਤ ਜ਼ਿਆਦਾ ਵੱਧ ਰਹੀ ਹੈ। ਇਸ ਦੇ ਪਿੱਛੇ ਕੀ ਕਾਰਨ ਹੈ ਤੇ ਇਸ ਦਾ ਕਿਸ ਤਰ੍ਹਾਂ ਟ੍ਰੀਟਮੈਂਟ ਜਿਹੜਾ ਉਹ ਕੀਤਾ ਜਾਂਦਾ ਹੈ? Radhika, like I'll rectify here. Basically, the ratio of men infertility is much more as compared to women. But like the ratio of men infertility is not coming into picture. ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇੱਕ ਮੈਨਲੀ ਈਗੋ ਹੁੰਦੀ ਹੈ, ਮੰਨਣ ਨੂੰ ਕੋਈ ਤਿਆਰ ਨਹੀਂ ਹੁੰਦਾ ਕਿ ਮੇਰੇ 'ਚ ਪ੍ਰੋਬਲਮ ਹੋ ਸਕਦੀ ਹੈ। ਉਹ ਸਭ ਤੋਂ ਪਹਿਲੇ ਕੀ ਹੈਗਾ ਉਹ ਫੀਮੇਲ ਦੇ ਉੱਤੇ ਪਿਨ ਪੁਆਇੰਟ ਕਰਦੇ ਆ ਕਿ ਇਹ ਜੀ ਪ੍ਰੋਬਲਮ ਉਹਦੀ ਹੈ, ਬਾਂਝਪਨ ਹੈ ਜਿਹਨੂੰ ਅਸੀਂ ਨਾਰਮਲੀ ਕਹਿ ਦਿੰਦੇ ਹਾਂ ਕਿ ਦਿਸ ਇਜ਼ ਬੇਸਿਕਲੀ ਫੀਮੇਲ ਬਾਂਝ ਹੈ ਜੀ। ਲੇਕਿਨ ਮੈਨ ਆਪਣਾ ਜਿਹੜਾ ਹੈਗਾ ਨਾ ਤਾਂ ਟੈਸਟ ਕਰਾਉਂਦਾ, ਦੂਸਰਾ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਕਿ ਸਪਰਮ ਕਾਊਂਟ ਦੀ, ਰਾਈਟ, ਸਪਰਮ ਕਾਊਂਟ ਘਟ ਰਿਹਾ, ਦੈਟ ਇਜ਼ ਵੈਰੀ ਟਰੂ। ਜਿਮਿੰਗ ਵਾਲੇ ਜਿਹੜੇ ਲੋਕ ਹੈਗੇ ਹੈ ਉਹਨਾਂ ਦਾ ਜ਼ਿਆਦਾ ਘਟਦਾ ਹੈ ਬਿਕੋਜ਼ ਦੇ ਆਰ ਟੇਕਿੰਗ ਸਟੀਰੋਇਡਸ, ਉਸ ਐਕਸੈਸ ਦੇ ਵਿੱਚ ਲੈ ਲੈਂਦੇ ਹੈ ਬਿਕੋਜ਼ ਉਹਨਾਂ ਨੂੰ ਫਾਸਟ ਮਸਲ ਬਿਲਡਿੰਗ ਕਰਨੀ ਹੈ, ਬੋਡੀ ਬਿਲਡਿੰਗ ਕਰਨੀ ਹੈ, ਦੇ ਵਾਂਟ ਦੈਟ ਸੋਰਟ ਆਫ ਅ ਲੁਕਸ, ਤੇ ਦੇ ਟੇਕ ਦੈਟ ਆਰਟੀਫਿਸ਼ੀਅਲ ਸਪਲੀਮੈਂਟਸ ਰਾਦਰ ਟੇਕਿੰਗ ਨੈਚੁਰਲ ਡਾਈਟ। ਪੁਰਾਣੇ ਟਾਈਮ 'ਚ ਕੀ ਹੁੰਦਾ ਸੀਗਾ ਕਿ ਇਹ ਨੈਚੁਰਲ ਡਾਈਟ ਲਈ ਜਾਂਦੀ ਸੀ ਹੈਲਥ ਬਣਾਉਣ ਲਈ, ਜਿੱਥੇ ਬੰਦਾ 80-80 ਸਾਲ ਦਾ ਵੀ ਹੋ ਜਾਂਦਾ ਸੀ, 90 ਸਾਲ ਦਾ ਵੀ ਹੋ ਜਾਂਦਾ ਸੀ, ਵਧੀਆ ਰਹਿੰਦਾ ਸੀਗਾ। ਅਸੀਂ ਅੱਜ ਦੀ ਡੇਟ 'ਚ ਦੇਖੀਏ ਸਾਡੇ ਪਿੰਡ ਦੇ ਬਜ਼ੁਰਗ 80-80 ਸਾਲ ਦੇ ਹੋ ਗਏ, ਭੱਜੇ ਫਿਰਦੇ ਹੈ, ਕੋਈ ਪ੍ਰੋਬਲਮ ਬਿਲਕੁਲ ਫਸਟ ਕਲਾਸ ਹੈਗੇ ਹੈ, ਉਹਨਾਂ ਨੂੰ ਕੋਈ ਇਸ਼ੂ ਨਹੀਂ, ਕੋਈ ਪ੍ਰੋਬਲਮ ਨਹੀਂ। ਜਿਹੜੀ ਅੱਜ ਦੀ ਜਨਰੇਸ਼ਨ ਹੈਗੀ ਹੈ, ਇਫ ਵੀ ਟਾਕ ਅਬਾਊਟ, ਮੋਸਟਲੀ ਵੀ ਗੈਟ ਦ ਪੇਸ਼ੈਂਟਸ ਆਫ 25 ਏਜ, 27, 28 ਐਂਡ ਦੇ ਆਰ ਹੈਵਿੰਗ ਦ ਸੇਮ ਪ੍ਰੋਬਲਮ ਆਫ ਇਨਫਰਟੀਲਿਟੀ। ਜਦ ਅਸੀਂ ਉਹਨਾਂ ਦੇ ਡਾਇਗਨੋਸਿਸ ਕਰਦੇ ਹਾਂ, ਉਹਨਾਂ ਦਾ ਸੀਮਨ ਕਾਊਂਟ ਜਾਂ ਤਾਂ ਬਹੁਤ ਲੋ ਹੁੰਦਾ ਜਾਂ ਟੋਟਲੀ ਨੀਲ ਹੋਇਆ ਹੁੰਦਾ, and there are more problems which are being arising day by day. ਉਹਨਾਂ ਦੀ ਟੈਸਟੀਕਲ ਦੀ ਪ੍ਰੋਬਲਮਸ ਹੋ ਜਾਣਗੀਆਂ, ਇਨਫੈਕਸ਼ਨਸ ਹੋ ਜਾਣਗੇ, ਵੈਰੀਕੋਸੀਲਸ ਹੋ ਜਾਣਗੀਆਂ, ਲਾਸ ਆਫ ਲਿਬਿਡੋ ਡਾਕਟਰ ਯੋਗੀ ਬਹੁਤ ਕਾਮਨ ਹੈ, ਵੈਰੀ ਕਾਮਨ। ਹਾਂ, ਤੇ ਜਿਹਦੇ ਵਿੱਚ ਲਾਸ ਆਫ ਲਿਬਿਡੋ ਦੀ ਵਜ੍ਹਾ ਨਾਲ ਮੇਨਲੀ ਲਾਈਕ ਦੇ ਆਰ ਨਾਟ ਏਬਲ ਟੂ ਹੈਵ ਅ ਹੈਪੀ ਰਿਲੇਸ਼ਨਸ਼ਿਪ, ਇੱਕ ਸਵਸਥ ਜੀਵਨ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਅੱਛਾ ਮੈਰਿਡ ਲਾਈਫ ਇੰਜੋਏ ਕਰਨਾ, ਉਹ ਨਹੀਂ ਕਰ ਪਾਉਂਦੇ ਬਿਕੋਜ਼ ਉਹ ਪ੍ਰੋਬਲਮਸ ਇੰਨੀਆਂ ਜ਼ਿਆਦਾ ਅਰਾਈਜ਼ ਹੋਈ ਜਾ ਰਹੀਆਂ। ਜਿਸ ਤਰ੍ਹਾਂ ਆਪਾਂ ਪਹਿਲੇ ਵੀ ਡਿਸਕਸ ਕੀਤਾ ਹੈ ਕਿ ਦੇ ਆਰ ਯੂਜ਼ਿੰਗ ਡਰੱਗਸ, ਉਹ ਫਿਰ ਆਪਣੇ ਆਪ ਨੂੰ ਸੈਟਿਸਫਾਈ ਕਰਨ ਲਈ, ਲਿਬਿਡੋ ਨੂੰ ਆਰਟੀਫਿਸ਼ੀਅਲੀ ਬੂਸਟ ਕਰਨ ਲਈ ਉਹ ਕੀ ਕਰਦੇ ਆ, ਡਰੱਗਸ ਦਾ ਯੂਜ਼ ਕਰਦੇ ਆ, ਰਾਈਟ। ਡਰੱਗਸ ਟੈਂਪਰੇਰੀਲੀ ਤੁਹਾਡੀ ਬੋਡੀ ਨੂੰ ਬੂਸਟ ਅਪ ਤਾਂ ਜ਼ਰੂਰ ਕਰਨਗੀਆਂ, ਲੇਕਿਨ ਕੁਝ ਦੇਰ ਲਈ ਤੁਸੀਂ ਦੇਖੋਗੇ ਉਸ ਤੋਂ ਬਾਅਦ ਤੁਹਾਡੀ ਬੋਡੀ ਦੇ ਉੱਤੇ ਜੋ ਉਹਦੇ ਨੈਗੇਟਿਵ ਇੰਪੈਕਟ ਆਉਣਗੇ, ਯੂ ਕਾਂਟ ਇਵਨ ਇਮੈਜਿਨ ਕਿ ਉਹ ਕਿਸ ਹੱਦ ਤੱਕ ਤੁਹਾਡੀ ਬੋਡੀ ਨੂੰ ਲਾਸ ਪਹੁੰਚਾਉਂਦੇ ਆ। ਮਸਲ ਲਾਸ ਅਲੱਗ ਹੁੰਦਾ ਹੈ, ਬੋਡੀ ਲਾਸ ਅਲੱਗ ਹੁੰਦਾ ਹੈ, ਉਹਦੇ ਇੰਪੈਕਟਸ ਤੁਹਾਡੇ ਹਾਰਟ ਦੇ ਉੱਤੇ, ਲੰਗਸ ਦੇ ਉੱਤੇ, ਲਿਵਰ ਦੇ ਉੱਤੇ ਪੈਣੇ ਹੀ ਪੈਣੇ ਹੈ ਸੂਨਰ ਔਰ ਲੇਟਰ। ਲੇਕਿਨ ਉਦੋਂ ਤੱਕ ਬੰਦਾ ਜਾਂ ਡਰਿੰਕ ਛੱਡ ਦਿੰਦਾ ਹੈ ਜਾਂ ਐਲਕੋਹਲ ਦਾ ਪ੍ਰਯੋਗ ਘਟਾ ਦਿੰਦਾ ਹੈ, ਡਰੱਗਸ ਜਿਹੜੀਆਂ ਘੱਟ ਕਰ ਦਿੰਦਾ ਹੈ, ਉਹ ਫਿਰ ਕਹਿੰਦਾ ਹੁਣ ਤਾਂ ਮੈਂ ਘਟਾਤੀ, ਮੈਨੂੰ ਪ੍ਰੋਬਲਮ ਕਿਉਂ ਆਈ ਹੈ। ਬਟ ਵਾਟ ਐਵਰ ਹੀ ਵਾਜ਼ ਡੂਇੰਗ ਇਨ ਦਾ ਪਾਸਟ, ਇਹ ਉਹਦੇ ਕਾਜ਼ਿਜ਼ ਹੈ ਜਿਹੜੇ ਅੱਜ ਉਹ ਫੇਸ ਕਰ ਰਿਹਾ, ਬਟ ਦੇ ਆਰ ਨਾਟ ਬੋਦਰਡ। ਬਿਲਕੁਲ, ਡਰੱਗਸ ਕਹਿ ਰਹੇ ਨੇ ਕਿ ਨਹੀਂ ਲੈਣੇ ਚਾਹੀਦੇ, ਪਰ ਡਾਕਟਰ ਰਿਮੀ ਸਿੰਗਲਾ ਟੈਕਨੋਲੋਜੀ ਕੀ ਹੈ, ਕੀ ਅਸੀਂ ਇੰਨੇ ਐਡਵਾਂਸ ਹੋ ਗਏ ਕਿ ਅਸੀਂ ਇਸ ਨੂੰ, ਇਸ ਪ੍ਰੋਬਲਮਸ ਨੂੰ ਠੀਕ ਕਰ ਸਕਦੇ? ਦੇਖੋ ਨਿਕਿਤਾ, ਇੱਕ ਗੱਲ ਹੈ, ਸਪੋਜ਼ਿੰਗਲੀ ਕੋਈ ਮੇਰੇ ਕੋਲ ਕਪਲ ਆਉਂਦਾ ਹੈ ਨਾ, ਜਿਵੇਂ ਸਪੋਜ਼ਿੰਗ ਉਹਦੇ ਚਲੋ ਹਸਬੈਂਡ 'ਚ ਪ੍ਰੋਬਲਮ ਹੈਗੀ ਹੈ, ਉਹਦਾ ਅਸੀਂ ਸੀਮਨ ਕਾਊਂਟ ਕਰਾਇਆ ਕਿਤੇ ਸੀਮਨ ਕਾਊਂਟ ਨਿਲ ਆ ਗਿਆ, ਹੁਣ ਬੱਚਾ ਤਾਂ ਉਹਨੂੰ ਦੇਣਾ ਹੀ ਹੈ ਕਿਸੇ ਵੀ ਹਾਲਤ ਨਾਲ, ਤੇ ਉਹਦੇ ਲਈ ਸਾਡੇ ਕੋਲ ਜਿਹੜੀ ਐਡਵਾਂਸ ਵਿਧੀ, ਜਿਵੇਂ ਇਕਸੀ ਕਹੂੰਗੀ ਮੈਂ, ਇਕਸੀ ਵਿਦ ਟੀਜ਼ਾ, ਉਹਦੇ ਵਿੱਚ ਇਹ ਹੁੰਦਾ ਕਿ ਜਿਹੜੀਆਂ ਉਹਦੀਆਂ ਗੋਲੀਆਂ ਨੇ ਉਹਨਾਂ ਵਿੱਚੋਂ ਅਸੀਂ ਸਪਰਮ ਜਿਹੜੇ ਹੈਗੇ ਉਹ ਕੱਢ ਲੈਂਦੇ ਹਾਂ। ਉਹਦੇ ਵਿੱਚੋਂ ਚਾਹੇ ਸਾਨੂੰ 1 ਸਪਰਮ ਮਿਲ ਜੇ, 2 ਸਪਰਮਸ ਮਿਲ ਜਾਣ, 3 ਸਪਰਮ ਮਿਲ ਜਾਣ, ਜੇ 3 ਕੀਟਾਣੂ ਵੀ ਮਿਲ ਗਏ ਤਾਂ ਅਸੀਂ ਉਹਦੀ ਵਾਈਫ ਦੇ ਐਗਸ ਲੈ ਕੇ ਅਸੀਂ ਬੱਚਾ ਤਿਆਰ ਕਰ ਲਾਂਗੇ। ਬਟ ਲੇਕਿਨ ਕੁਐਸਚਨ ਇਹ ਆਉਂਦਾ ਹੈ ਕਿ ਉਹਦੀ ਜਿਹੜੀ ਮਦਰ ਇਨ ਲਾਅ ਹੈਗੀ ਹੈ ਜਾਂ ਉਹਦੇ ਮਦਰ ਹੈਗੇ ਨੇ, ਉਹ ਇਸ ਚੀਜ਼ ਨੂੰ ਸੁਣਨ ਨੂੰ ਤਿਆਰ ਨਹੀਂ ਹੁੰਦੇ ਕਿ ਮੇਰੇ ਮੁੰਡੇ ਦੇ ਵਿੱਚ ਵੀ ਕਮੀ ਹੋ ਸਕਦੀ ਹੈ। ਅਤੇ ਮੇਰਾ ਮੈਸੇਜ ਅੱਜ ਦੀ ਡੇਟ ਦੇ ਵਿੱਚ ਟੂ ਆਲ ਦੀ ਵਿਲੇਜ ਗਰਲਸ, ਕਿ ਸਾਡਾ ਇੱਕ ਲਗਾ ਲਓ ਕਿ ਸਿੱਖਿਆ ਸਾਡੀ ਜਿਹੜੀ ਹੈਗੀ ਹੈ ਉਹ ਵਿਲੇਜਸ ਦੇ ਵਿੱਚ ਜ਼ਰੂਰ ਦੇਣੀ ਚਾਹੀਦੀ ਹੈ ਕਿ ਇਕੱਲੀ ਲੇਡੀ ਦੇ ਵਿੱਚ ਨੁਕਸ ਨਹੀਂ ਹੋ ਸਕਦਾ, ਮੁੰਡੇ ਦੇ ਵਿੱਚ ਵੀ ਨੁਕਸ ਹੋ ਸਕਦਾ ਹੈ, ਔਰ ਜੇ ਮੁੰਡੇ ਦੇ ਵਿੱਚ ਨੁਕਸ ਹੈਗਾ ਤਾਂ ਉਹਨੂੰ ਐਕਸੈਪਟ ਕਰਕੇ ਅੱਗੇ ਉਹਦੇ ਟ੍ਰੀਟਮੈਂਟ ਵੱਲ ਜਾਣਾ ਚਾਹੀਦਾ ਹੈ। I would like to add on one thing ਕਿ ਫਰਸਟਲੀ ਕਦੇ ਵੀ ਕੋਈ ਇਨਫਰਟੀਲਿਟੀ ਦੀ ਪ੍ਰੋਬਲਮ ਕਿਸੇ ਵੀ ਫੈਮਿਲੀ 'ਚ ਆਉਂਦੀ ਹੈ, ਸਭ ਤੋਂ ਪਹਿਲੇ ਉਹ ਦੋਨੋਂ ਕਪਲਸ ਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ, ਨਾ ਕਿ ਓਨਲੀ ਅ ਫੀਮੇਲ ਸ਼ੁੱਡ ਬੀ ਸੈਂਟ। ਘਰ ਦੀ ਬਹੂ ਨੂੰ ਭੇਜ ਦਿੰਦੇ ਹੈ ਕਿ ਤੁਸੀਂ ਉਹਦੇ ਨਾਲ ਜਾਓ ਜੀ, ਤੂੰ ਚੈੱਕ ਕਰਾ ਕੇ ਆਓ ਜੀ, ਤੇਰਾ ਪ੍ਰੋਬਲਮ ਹੈ, ਉਹਦੇ ਪੇਰੈਂਟਸ ਦੇ ਉੱਤੇ ਐਲੀਗੇਸ਼ਨਸ ਲਗਾਉਣਾ। ਤਾਂ ਪਹਿਲਾ ਜਿਹੜਾ ਸਟੈਪ ਹੋਣਾ ਚਾਹੀਦਾ ਹੈ ਕਿ ਦੋਨੋਂ ਕਪਲਸ ਨੂੰ ਡਾਕਟਰ ਦੇ ਕੋਲ ਜਾਣਾ ਚਾਹੀਦਾ ਹੈ, ਉਹਨਾਂ ਨੂੰ ਆਪਣੇ ਟੈਸਟ ਕਰਵਾਉਣੇ ਚਾਹੀਦੇ ਹੈ। ਉਸ ਤੋਂ ਬਾਅਦ ਅਗਰ ਕੋਈ ਪ੍ਰੋਬਲਮ ਮੇਲ ਦੇ ਵਿੱਚ ਹੈ ਤੇ ਉਹਨੂੰ ਉਹ ਐਕਸੈਪਟ ਕਰ ਲੈਣੀ ਚਾਹੀਦੀ ਹੈ ਕਿ ਇਹ ਸਮੱਸਿਆ ਮੇਰੇ ਵਿੱਚ ਹੈ,
ਤੇ ਮੈਂ ਉਹਦਾ ਇਲਾਜ ਕਰਾਵਾਂ ਤੇ ਅੱਗੇ ਚੱਲ ਕੇ ਆਪਣੀ ਫੈਮਿਲੀ ਦੀ ਨਵੀਂ ਸ਼ੁਰੂਆਤ ਕਿਉਂਕਿ ਅੱਜ ਕਰਾਂ। ਕੱਲ੍ਹ ਐਡਵਾਂਸ ਟੈਕਨੋਲੋਜੀ ਬਹੁਤ ਆ ਚੁੱਕੀਆਂ ਨੇ। ਜੇ ਸਪੋਜ਼ਿੰਗਲੀ ਚਲੋ ਜੇ ਮੇਲ ਦੇ ਵਿੱਚ ਉਹ ਪ੍ਰੋਬਲਮ ਆ ਵੀ ਗਈ ਹੈ ਤਾਂ ਜਾਂ ਤਾਂ ਇਹ ਹੋਵੇ ਕਿ ਆਪਣੇ ਕੋਲ ਟ੍ਰੀਟਮੈਂਟ ਨਹੀਂ ਹੈਗਾ, ਵੀ ਹੈਵ ਦੀ ਟ੍ਰੀਟਮੈਂਟ। IVF ਲਈ ਕਿਸ ਲਈ ਬਣਿਆ? IVF ਤੋਂ ਉੱਪਰ ICSI ਕਿਸ ਲਈ ਬਣਿਆ? ICSI ਤੋਂ ਉੱਪਰ ਹੁਣ IMSI ਆ ਗਿਆ, IMSI ਤੋਂ ਉੱਪਰ ਲੇਜ਼ਰ ਆ ਗਿਆ, ਲੇਜ਼ਰ ਤੋਂ ਬਾਅਦ PGS ਆ ਗਿਆ, PGD ਆ ਗਿਆ, ਆਰਟੀਫਿਸ਼ੀਅਲ ਇੰਟੈਲੀਜੈਂਸ ਆ ਗਿਆ, ਲੋਟ ਆਫ ਥਿੰਗਸ ਇਨ IVF ਨਾਓ। ਇਸ ਕਰਕੇ ਇਹ ਨਹੀਂ ਆਪਾਂ ਸੋਚ ਸਕਦੇ ਕਿ ਆਪਣਾ ਟ੍ਰੀਟਮੈਂਟ ਜਿਹੜਾ ਹੈਗਾ ਉੱਥੇ ਉਹਨੂੰ ਰੁਕ ਗਿਆ। ਬਿਲਕੁਲ। ਅੱਛਾ, ਆਈ ਥਿੰਕ ਡਾਕਟਰ ਗਗਨਦੀਪ ਫਿਰ ਤੋਂ ਇਸ ਚੀਜ਼ ਨੂੰ ਬੈਟਰ ਸਮਝਾ ਸਕਦੇ ਨੇ, ਕਿਉਂਕਿ ਸਾਈਕੈਟ੍ਰਿਸਟ ਨੇ ਜਦੋਂ ਲੋਕ ਤੁਹਾਡੇ ਕੋਲ ਆਉਂਦੇ ਨੇ ਉਹਨਾਂ ਵੱਲੋਂ ਜਿਸ ਤਰ੍ਹਾਂ ਹੀ ਕਹਿ ਰਹੇ ਨੇ ਕਿ ਹਲੇ ਵੀ ਅਜਿਹਾ ਹੁੰਦਾ ਹੈ ਕਿ ਸਿਰਫ ਬਹੂ ਨੂੰ ਭੇਜ ਦਿੱਤਾ ਜਾਂਦਾ ਹੈ ਕਿ ਤੁਸੀਂ ਜਾ ਕੇ ਆਪਣਾ ਟ੍ਰੀਟਮੈਂਟ ਲੈ ਕੇ ਆਓ। ਹਲੇ ਵੀ ਆਈ ਵਿਲ ਮਤਲਬ ਇਲੈਬੋਰੇਟ ਔਨ ਦਿਸ। ਮੇਰੇ ਕੋਲ ਜਿੰਨੇ ਐਡਿਕਸ਼ਨ ਦੇ ਪੇਸ਼ੈਂਟਸ ਆਉਂਦੇ ਆ, ਸਪੈਸੀਫਿਕਲੀ ਅਗਰ ਮੈਂ ਮੇਲ ਇਨਫਰਟੀਲਿਟੀ ਦੀ ਗੱਲ ਕਰਾਂ ਹੈ ਨਾ, almost 1 out of 2 patients, मतलब 50% रेशियो they have 1 out of the 4 problems। ਉਹਦੇ ਵਿੱਚ ਸਭ ਤੋਂ ਪਹਿਲੀ ਪ੍ਰੋਬਲਮ ਹੁੰਦੀ ਹੈ ਕਿ ਡਿਜ਼ਾਇਰ ਖਤਮ ਹੋ ਜਾਣਾ। ਡਰੱਗਸ ਲੈਣ ਵਾਲਾ ਬੰਦੇ ਨੂੰ ਮਨ ਹੀ ਨਹੀਂ ਕਰਦਾ ਕਿ ਮੈਂ ਕੋਈ ਸੈਕਸ਼ੂਅਲ ਐਕਟੀਵਿਟੀ ਕਰਨੀ ਹੈ ਨਹੀਂ ਕਰਨੀ ਹੈ। ਹੀ ਇਜ਼ ਨੋ ਮੋਰ ਬੋਦਰਡ ਅਬਾਊਟ ਦੈਟ, ਡਿਜ਼ਾਇਰ ਖਤਮ ਹੋਣਾ। ਦੂਸਰਾ ਪ੍ਰੋਬਲਮ ਹੁੰਦੀ ਹੈ ਇਰੈਕਸ਼ਨ ਦੀ ਪ੍ਰੋਬਲਮ ਹੋਣੀ, ਜਿਹਦੇ ਕਰਕੇ ਕਈ ਲੋਕ ਡਰੱਗਸ ਸ਼ੁਰੂ ਕਰਦੇ ਹੈ ਬਟ ਉਹ ਇੱਕ ਮਕੈਨਿਜ਼ਮ ਲੂਪ ਬਣ ਜਾਂਦਾ ਜਿਹਦੇ ਕਰਕੇ ਕਿ ਉਹਦੇ ਵਿੱਚ ਹੋਰ ਜ਼ਿਆਦਾ ਫਸਦਾ ਜਾਂਦਾ ਹੈ। ਤੀਸਰਾ ਇਸ਼ੂ ਜਿਹੜਾ ਆਉਂਦਾ ਹੈ ਡਿਸਚਾਰਜ, ਪ੍ਰੀਮੈਚਿਓਰ ਇਜੈਕੂਲੇਸ਼ਨ ਜਿਹੜੀ, ਠੀਕ ਹੈ। ਓਪੀਓਇਡਸ ਵਾਲੇ ਜਿੰਨੇ ਪੇਸ਼ੈਂਟ ਨੇ ਇਹ ਦੇਖਿਆ ਗਿਆ ਕਿ ਮਤਲਬ ਜਦੋਂ ਉਹ ਲੈਂਦੇ ਨੇ ਡਰੱਗਸ ਤਾਂ ਟਾਈਮਿੰਗ ਜਿਹਨੂੰ ਕਹਿੰਦੇ ਆਪਾਂ ਪ੍ਰੀਮੈਚਿਓਰ ਇਜੈਕੂਲੇਸ਼ਨ ਦੀ ਪ੍ਰੋਬਲਮ ਨਹੀਂ ਹੁੰਦੀ। ਅਦਰਵਾਈਜ਼ ਜਦੋਂ ਪੇਸ਼ੈਂਟਸ ਦਾ ਟ੍ਰੀਟਮੈਂਟ ਆਪਾਂ ਸ਼ੁਰੂ ਕਰਦੇ ਹਾਂ ਤਾਂ ਉਹਨਾਂ ਦੇ ਵਿੱਚ ਇਹ ਪ੍ਰੋਬਲਮਸ ਬਹੁਤ ਕਾਮਨ ਦੇਖੀਆਂ ਜਾਂਦੀਆਂ ਐਂਡ ਦੇ ਵੈਰੀ ਵੈਲ ਐਕਸੈਪਟ ਦੇਅਰ ਪ੍ਰੋਬਲਮ ਐਂਡ ਦੇ ਆਰ ਵਿਲਿੰਗ ਟੂ ਗੋ ਫॉर ਇਟਸ ਟ੍ਰੀਟਮੈਂਟ। मतलब I have for my own experience male infertility it is मतलब least likely for me to say that patients accept nahi kar rahe, they accept their problem and they are very well ready to undergo the treatment of their problem। ਡਾਕਟਰ ਗਗਨ, ਜਦੋਂ ਪੇਸ਼ੈਂਟਸ ਆਉਂਦੇ ਹੈ ਕਿ ਕੋਈ ਦੱਸਦਾ ਹੈ ਕਿ ਹਲੇ ਵੀ ਉਹ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ ਕਿ ਇਹ ਬਾਬੇ ਕੋਲ ਚਲੇ ਜਾਓ ਝਾੜੂ ਵਾਲਾ। ਬਹੁਤ common ਹੈ ਜੀ, ਬਹੁਤ common। I have in my daily practice people coming from various faith healers, they मतलब the mental health issues are very important in society, least addressed issues, they are not willing to accept that it is a problem like other physical problems, so they come after getting exhausted from all other resources, faith healers, baba, jo bhi whatever you like to talk them। ਜੀ ਅੱਜ ਦੀ ਡੇਟ 'ਚ ਵੀ ਬਹੁਤ ਕਾਮਨ ਹੈ ਜੀ, ਜਿਨ੍ਹਾਂ ਕੋਲ ਬੱਚਾ ਨਹੀਂ ਹੈਗਾ ਉਹ ਵੀ ਸਭ ਤੋਂ ਪਹਿਲਾਂ ਬਾਬੇ ਕੋਲ ਹੀ ਜਾਂਦੇ ਨੇ ਜੀ। ਸਾਡੇ ਬਾਬੇ ਨੇ ਇਸ ਟਾਈਮ ਤੇ ਕਿਹਾ ਕਿਸ ਟਾਈਮ ਤੱਕ ਤੇ ਬੱਚਾ ਹੋ ਜਾਏਗਾ, ਔਰ ਪਤਾ ਚੱਲਿਆ ਕਿ ਉਹਦੇ ਜਦੋਂ ਅਸੀਂ ਟ੍ਰੀਟਮੈਂਟ ਕਰਾ ਰਹੇ ਹਾਂ ਕਿ ਹਸਬੈਂਡ ਜਦੋਂ ਕੀਟਾਣੂ ਹੀ ਨਹੀਂ ਹੈਗੇ ਤਾਂ ਬੱਚਾ ਕਿਵੇਂ ਹੋਏਗਾ। ਅੱਛਾ ਡਾਕਟਰ ਰਿਮੀ, ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹੁੰਦੀ ਹਾਂ ਕਿਉਂਕਿ ਅੱਜ ਕੱਲ੍ਹ ਦਾ ਜਿਸ ਤਰ੍ਹਾਂ ਦੀ ਜਨਰੇਸ਼ਨ ਹੈ, ਖਾਸ ਤੌਰ 'ਤੇ ਜੇ ਲੇਡੀਜ਼ ਦੀ ਗੱਲ ਕੀਤੀ ਜਾਵੇ, ਜਦੋਂ ਪਲਾਨਿੰਗ ਕਰਨੀ ਹੁੰਦੀ ਹੈ ਉਸ ਤੋਂ ਕੁਛ ਮਹੀਨੇ ਪਹਿਲਾਂ ਜਿਹੜਾ ਹੈ ਉਹਨਾਂ ਵੱਲੋਂ ਐਲਕੋਹਲ ਛੱਡ ਦਿੱਤਾ ਜਾਂਦਾ ਹੈ, ਡਰਿੰਕ ਛੱਡ ਦਿੱਤੀਆਂ ਜਾਂਦੀਆਂ ਨੇ, ਤੁਹਾਨੂੰ ਲੱਗਦਾ ਕਿ ਉਸ ਨਾਲ ਕਿਤੇ ਨਾ ਕਿਤੇ ਫਰਕ ਪੈਂਦਾ ਹੈ? ਡੈਫੀਨੇਟਲੀ। ਸਪੋਜ਼ਿਟਲੀ ਜੇ ਮੈਂ ਇੱਕ ਵੈਲ ਐਜੂਕੇਟਿਡ ਕਪਲ ਦੀ ਗੱਲ ਕਰਾਂ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ, ਤੇ ਪ੍ਰੀ ਕੰਸੈਪਸ਼ਨਲ ਕਾਉਂਸਲਿੰਗ ਇਜ਼ ਅ ਨਿਊ ਕਨਸੈਪਟ। ਉਹਦੇ ਵਿੱਚ ਇਹ ਹੁੰਦਾ ਕਿ ਜਿਵੇਂ ਸਪੋਜ਼ਿੰਗ ਕੋਈ ਨਿਊਲੀਵੈਡ ਕਪਲ ਹੈ, ਸਪੋਜ਼ਿਟਲੀ ਦੋਨਾਂ ਦੀ ਏਜ ਜਿਹੜੀ ਹੈਗੀ ਆ 30 ਇਅਰਸ ਹੈ, ਪਰ ਉਹ ਕਹਿ ਰਹੇ ਕਿ ਅਸੀਂ ਹਜੇ ਬੱਚਾ ਪਲਾਨ ਨਹੀਂ ਕਰਨਾ, ਅਸੀਂ 3-4 ਸਾਲ ਤੱਕ ਹਜੇ ਆਪਣਾ ਬੱਚਾ ਪਲਾਨ ਕਰਨਾ ਹੈ, ਤਾਂ ਦੇ ਵਿਲ ਕਮ ਫॉर ਦੀ ਪ੍ਰੀ ਕੰਸੈਪਸ਼ਨਲ ਕਾਉਂਸਲਿੰਗ। ਉਹਦੇ ਵਿੱਚ ਜਿਹੜੀ and most of the IT couples, they are alcohol driven and all drugs, that is their routine life, not too much but in a smaller quantity। ਤੇ ਜੇ ਉਹ ਅਸੀਂ ਉਹਨਾਂ ਨੂੰ ਐਡਵਾਈਸ ਕਰਦੇ ਹਾਂ ਕਿ ਕਮ ਸੇ ਕਮ ਤੁਸੀਂ ਆਪਣੀ 2-4-3 ਮਹੀਨੇ ਹੀ ਆਪਣੀ ਚੀਜ਼ ਛੱਡੋਗੇ ਤਾਂ ਕਮ ਸੇ ਕਮ ਉਹਨਾਂ ਦਾ ਜਿਹੜਾ ਐਗ ਦਾ ਪੋਟੈਂਸ਼ੀਅਲ ਹੈ ਔਰ ਜਿਹੜਾ ਸਪਰਮ ਦਾ ਪੋਟੈਂਸ਼ੀਅਲ ਹੈ ਉਹਦੇ ਉੱਪਰ ਜਿਹੜਾ ਉਹਨਾਂ ਦਾ ਨੈਗੇਟਿਵ ਇੰਪੈਕਟ ਜਾ ਰਿਹਾ ਸੀ ਦੈਟ ਇਜ਼ ਗੋਇੰਗ ਟੂ ਬੀ ਬੈਟਰ। ਔਰ ਉਹਨਾਂ ਦਾ ਮੇਨ ਕੁਐਸਚਨ ਇਹੀ ਹੁੰਦਾ ਕਿ ਅਸੀਂ ਉਹਨਾਂ ਦਾ ਕਿ ਅਸੀਂ ਉਹਨਾਂ ਦੇ ਜਿਹੜੇ ਐਮਬਰੀਓਜ਼ ਹੈਗੇ ਨੇ, ਬੱਚੇ ਜਿਹੜੇ ਹੈਗੇ ਨੇ, ਉਹ ਅਸੀਂ ਬਣਾ ਕੇ ਉਹਨਾਂ ਨੂੰ ਫਰੀਜ਼ ਕਰ ਲਈਏ। ਫਿਰ ਉਸ ਤੋਂ ਬਾਅਦ ਇਹ ਹੈ ਕਿ ਜਿਵੇਂ ਸਪੋਜ਼ਿੰਗ ਦੇ ਮਸਟ ਇਨ ਟੂ ਦੇਅਰ ਲਾਈਫ ਕਿ 2 ਸਾਲ 3 ਸਾਲ 4 ਸਾਲ ਬਾਅਦ ਫਿਰ ਦੈਨ ਦੇ ਵਿਲ ਕਮ ਅਗੇਨ ਕਿ ਅਸੀਂ ਹੁਣ ਬੱਚਾ ਰਖਾਉਣਾ ਜੀ। ਅਤੇ ਇਸ ਕਰਕੇ ਜਿਹੜਾ ਅਲਕੋਹਲ ਇੰਪੈਕਟ ਹੈ, ਸਮੋਕਿੰਗ ਇੰਪੈਕਟ ਹੈ, ਉਹ ਤਾਂ ਇੱਕ ਵਾਰ ਕਮ ਸੇ ਕਮ ਉਹਨਾਂ ਨੂੰ ਛੱਡਣਾ ਹੀ ਪਏਗਾ ਟੂ ਗੈਟ ਦੇਅਰ ਬੈਟਰ ਐਗ ਐਂਡ ਸਪਰਮ ਕੁਆਲਿਟੀ। ਬਿਲਕੁਲ, ਇਹ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਕੱਲ੍ਹ ਬਹੁਤ ਸਾਰੇ ਲੋਕ ਅਜਿਹਾ ਕਰ ਰਹੇ ਨੇ। ਡਾਕਟਰ ਯੋਗੀ, ਇੱਕ ਆਖਰੀ ਸਵਾਲ, ਕਿਸ ਤਰ੍ਹਾਂ ਦਾ ਲਾਈਫ ਸਟਾਈਲ ਜਿਹੜਾ ਹੈ ਹੋਣਾ ਚਾਹੀਦਾ ਹੈ, ਕਿਸ ਤਰ੍ਹਾਂ ਦੀ ਡਾਈਟ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਤਾਂ ਕਿ
ਇੱਕ ਜਿਹੜਾ ਸੁਪਨਾ ਹੁੰਦਾ ਹੈ ਹਰ ਕਿਸੇ ਦਾ ਮਾਂ-ਬਾਪ ਬਣਨ ਦਾ, ਉਹ ਜ਼ਰੂਰ ਸਾਕਾਰ ਹੋਵੇ ਲੋਕਾਂ ਦਾ, ਕਿਉਂਕਿ ਮੈਨੂੰ ਲੱਗਦਾ ਕਿ ਹਰ ਮੁੱਦੇ ਤੇ ਚਰਚਾ ਜਿਹੜੀ ਹੋਣੀ ਜ਼ਰੂਰੀ ਹੁੰਦੀ ਹੈ। ਰਾਈਟ, ਜਿਸ ਤਰ੍ਹਾਂ ਹੁਣੇ ਗੱਲ ਕਰ ਰਹੇ ਸੀ ਆਪਾਂ ਕਿ ਲਾਈਕ ਐਲਕੋਹਲ ਇਜ਼ ਵੈਰੀ ਕਾਮਨ ਐਂਡ ਡਰੱਗਸ ਵਗੈਰਾ ਐਂਡ ਦੈਟ ਸੋਰਟ ਆਫ ਅ ਸਟ੍ਰੈਸਫੁਲ ਲਾਈਫ ਇਜ਼ ਦੇਅਰ। ਉਹਦੇ ਨਾਲ ਨਾਲ ਇੱਕ ਚੀਜ਼ ਹੋ ਰਿਹਾ ਕਿ ਜਿਹੜਾ ਸੌਣ ਦਾ ਤਰੀਕਾ ਲੋਕਾਂ ਦਾ ਬਹੁਤ ਗਲਤ ਹੋ ਗਿਆ ਹੈ। ਐਲਕੋਹਲ, ਪਾਰਟੀਜ਼, ਰਾਤੀ 2-3 ਵਜੇ ਸੋਣਾ, ਘੰਟੇ ਦੀ ਨੀਂਦ ਪੂਰੀ ਕਰਨਾ, ਐਸਤਾ ਬੋਡੀ ਦੇ ਵਿੱਚ ਡੀਜਨਰੇਟਿਵ ਚੇਂਜਸ ਆਣੇ ਹੀ ਆਣੇ ਹੈ। ਉਹਨਾਂ ਨੇ ਤੁਹਾਡੀ ਬੋਡੀ ਨੂੰ ਹਰ ਜਗ੍ਹਾ ਤੇ ਇੰਪੈਕਟ ਕਰਨਾ ਹੀ ਕਰਨਾ ਹੈਗਾ। ਜਿਸ ਤਰ੍ਹਾਂ ਗਗਨਦੀਪ ਜੀ ਗੱਲ ਕਰ ਰਹੇ ਸੀਗੇ ਕਿ ਲਾਈਕ ਈਡੀ ਪ੍ਰੋਬਲਮਸ ਦੀ, ਪੀਐਮਈ ਪ੍ਰੋਬਲਮਸ ਦੀ, ਉਹਦੇ 'ਚ ਲੋਕੀ ਡਰੱਗਸ ਦਾ ਪ੍ਰਯੋਗ ਕਰ ਲੈਂਦੇ ਹੈ। ਉਹ ਡਰੱਗਸ ਦਾ ਪ੍ਰਯੋਗ ਕਰਕੇ, ਜਿਵੇਂ ਆਪਾਂ ਪਹਿਲੇ ਗੱਲ ਕਰ ਰਹੇ ਸੀਗੇ ਵੀ ਟੈਂਪਰੇਰੀਲੀ ਬੋਡੀ ਨੂੰ ਤਾਂ ਬੂਸਟ ਕਰੇਗਾ ਹੀ, ਲੇਕਿਨ ਉਹ ਤੁਹਾਡੀ ਬੋਡੀ ਦੇ ਮਸਲਸ ਨੂੰ ਡੈਮੇਜ ਵੀ ਤਾਂ ਕਰੇਗਾ, ਬਿਕੋਜ਼ ਅਸੀਂ ਉਸ ਮਸਲ ਨੂੰ ਜਿੰਨਾ ਉਹਦਾ ਨੈਚੁਰਲ ਕੈਲੀਬਰ ਹੈ ਉਸ ਤੋਂ ਜ਼ਿਆਦਾ ਯੂਜ਼ ਕਰ ਰਹੇ ਹਾਂ, ਉਸ ਤੋਂ ਉੱਪਰ ਪ੍ਰਯੋਗ ਕਰ ਰਹੇ ਹਾਂ। ਉੱਪਰ ਕਿੱਦਾਂ ਪ੍ਰਯੋਗ ਕਰ ਰਹੇ ਹਾਂ? ਬਿਕੋਜ਼ ਅਸੀਂ ਆਰਟੀਫਿਸ਼ਲੀ ਉਹਨੂੰ ਬੂਸਟ ਕਰਤਾ, ਬੋਡੀ ਨੂੰ ਐਨਰਜੀ ਮਿਲ ਗਈ, ਅਸੀਂ ਉਹਨੂੰ ਯੂਜ਼ ਕਰ ਰਹੇ ਹਾਂ, ਲੇਕਿਨ ਉਹਦੀ ਕੈਪੈਸਿਟੀ ਤਾਂ ਉਨੀ ਹੋਈ ਹੈ ਨਾ। ਉਸ ਕੈਪੈਸਿਟੀ ਤੋਂ ਵੱਧ ਦੇ ਕੋਈ ਵੀ ਚੀਜ਼ ਕਿਸੇ ਤੋਂ ਵੀ ਕਰਾਵਾਂਗੇ ਉਹਨੇ ਡੈਮੇਜ ਹੋਣਾ ਹੀ ਹੋਣਾ ਹੈਗਾ। ਐਂਡ ਸੈਕੰਡਲੀ, ਜਿਸ ਤਰ੍ਹਾਂ ਤੁਸੀਂ ਡਾਈਟ ਦੀ ਗੱਲ ਕਰ ਰਹੇ ਹੋ, ਡਾਈਟ ਦੇ ਵਿੱਚ ਆਈ ਵਿਲ ਲਾਈਕ ਟੂ ਰਿਕਮੈਂਡ ਕਿ ਡਾਈਟ ਦੇ ਵਿੱਚ ਬੰਦੇ ਨੂੰ ਨੈਚੁਰਲ ਮੀਲਸ ਦੇ ਉੱਤੇ ਜ਼ਿਆਦਾ ਡਿਪੈਂਡ ਹੋਣਾ ਚਾਹੀਦਾ ਹੈ ਰਾਦਰ ਦੈਨ ਆਰਟੀਫਿਸ਼ੀਅਲ ਸਪਲੀਮੈਂਟਸ, ਨਿਊਟ੍ਰੀਸ਼ਨਸ। ਲੋਕੀ ਅੱਜ ਦੀ ਡੇਟ 'ਚ ਕੀ ਕਰਦੇ ਆ ਜੀ, ਮੇਰੇ ਕੋਲ ਆਹ ਡਾਈਟ ਪੂਰੀ ਨਹੀਂ ਹੋ ਰਹੀ, ਮੈਂ 2 ਚਮਚ ਇਹਦੇ ਲੈ ਲਵਾਂ, ਮੈਂ ਲੂਜ਼ ਵੇਟ ਕਰਨਾ ਹੈਗਾ, ਮੈਂ ਕੁਛ ਨਾ ਕੁਛ ਇੱਦਾਂ ਦੇ ਸ਼ੇਕਸ ਲੈ ਲਵਾਂ। ਉਹ ਜਦ ਲੂਜ਼ ਵੇਟ ਲਈ, ਸ਼ੇਕਸ ਲਈ, ਫੈਟ ਬਰਨਰਸ, ਹੋਰ ਸਾਰੀਆਂ ਚੀਜ਼ਾਂ ਦਾ ਪ੍ਰਯੋਗ ਕਰਨ ਲੱਗ ਜਾਂਦੇ ਹੈ, ਉਹਨਾਂ ਨੇ ਤੁਹਾਡੇ ਹਾਰਮੋਨਸ ਨੂੰ ਡੈਮੇਜ ਕਰਨਾ ਹੀ ਕਰਨਾ ਹੈ। ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਕਿ ਵੀ ਹਾਰਮੋਨ ਡੈਮੇਜ ਹੋਏ, ਤੁਹਾਡੇ ਟੈਸਟੋਸਟੈਰੋਨਸ ਡੈਮੇਜ ਹੋਏ, ਤੁਹਾਡਾ ਪ੍ਰੋਲੈਕਟਿਨ ਲੈਵਲ ਵਧਿਆ, ਉਹ ਵਧਣ ਦੇ ਨਾਲ ਕੀ ਹੈ, ਤੁਹਾਡੇ ਡਿਜ਼ਾਇਰਸ ਘਟਣੇ ਹੀ ਘਟਣੇ ਹੈ। ਜਿਹੜਾ ਇੰਟਰਨਲ ਡਿਜ਼ਾਇਰ ਹੈ ਉਹ ਨਹੀਂ ਆ ਪਾਏਗਾ, ਐਸਤਾ ਫਾਲ ਹੋਏਗਾ, ਬੋਡੀ ਦੇ ਵਿੱਚ ਚੇਂਜਸ ਆਉਣ ਲੱਗ ਜਾਣਗੇ। ਜਿਹੜੇ ਮੇਲ ਚੇਂਜਸ ਹੈਗੇ, ਲੁੱਕਸ ਹੈਗੇ, ਲੁੱਕਸ ਚੇਂਜ ਹੋ ਜਾਣਗੇ, ਆਵਾਜ਼ਾਂ ਚੇਂਜ ਹੋਣ ਲੱਗ ਜਾਂਦੀ ਹੈ। all those changes will be coming in the body। ਇਸ ਕਰਕੇ ਨੈਚੁਰਲ ਡਾਈਟ ਆਪਾਂ ਨੂੰ ਇੱਕ ਸਿਸਟਮੈਟਿਕ ਤਰੀਕੇ ਨਾਲ ਲੈਣੀ ਚਾਹੀਦੀ ਹੈ, ਜਿਹਦੇ ਵਿੱਚ ਤੁਹਾਡੇ ਫਰੂਟਸ ਵੀ ਹੋਣ, ਪ੍ਰੋਪਰ ਵੈਜੀਟੇਬਲਸ, ਡਾਈਟ, ਐਕਸਰਸਾਈਜ਼ ਐਂਡ ਪ੍ਰੋਪਰ ਸਲੀਪ ਇਜ਼ ਵਨ ਆਫ ਅ ਵੈਰੀ ਇੰਪੋਰਟੈਂਟ ਫੈਕਟ ਕਿ ਉਹ ਨੀਂਦ ਸਾਨੂੰ ਇੱਕ ਸਾਊਂਡ ਸਲੀਪ ਜਿਹੜੀ ਹੈਗੀ ਹੈ ਉਹ ਜ਼ਰੂਰ ਚਾਹੀਦੀ ਹੈ, ਜਿਹਦੇ ਨਾਲ ਐਟਲੀਸਟ ਬੋਡੀ ਫਰੈਸ਼ ਹੋਏਗੀ ਤੇ ਐਟਲੀਸਟ ਡੀ-ਸਟ੍ਰੈਸ ਹੋਏਗੀ ਤੇ ਨਾਲ ਨਾਲ ਐਕਸਰਸਾਈਜ਼ ਅਸੀਂ ਕਰਦੇ ਰਹੀਏ। ਇਹਦੇ ਵਿੱਚ ਇੱਕ ਮੈਂ ਪੁਆਇੰਟ ਐਡ ਕਰਨਾ ਚਾਹੂੰਗੀ, ਜਿਵੇਂ ਬਹੁਤ ਸਾਰੇ ਆਈਟੀ ਕਪਲਸ ਹੈ, ਦੇ ਵਰਕ ਐਟ ਨਾਈਟ। ਉਹਨਾਂ ਦਾ ਇਹ ਹੈ ਕਿ ਉਹ ਰਾਤ ਨੂੰ ਉਹਨਾਂ ਨੇ ਕੰਮ ਕਰਨਾ ਤੇ ਮਾਰਨਿੰਗ ਦੇ ਵਿੱਚ ਉਹਨਾਂ ਨੇ ਸੌਣਾ, ਤੇ ਫਿਰ ਜਦੋਂ ਅਸੀਂ ਉਹਨਾਂ ਨੂੰ ਟਾਈਮਡ ਰਿਲੇਸ਼ਨਸ ਲਈ ਕਹਿੰਦੇ ਹਾਂ ਕਿ ਤੁਸੀਂ ਇਹ ਦਿਨਾਂ ਦੇ ਵਿੱਚ ਆਪਣਾ ਪਲਾਨ ਕਰਨੀ ਹੈ ਪ੍ਰੈਗਨੈਂਸੀ, ਤਾਂ ਦੈਟ ਇਜ਼ ਵੈਰੀ ਡਿਫਿਕਲਟ ਫॉर them, ਕਿਉਂਕਿ ਉਹ ਦਿਨੇ ਉਹਨਾਂ ਨੂੰ ਸੌਣਾ ਵੀ ਹੈ, ਸਟ੍ਰੈਸ ਵੀ ਹੈਗਾ, ਤੇ ਦੇ ਆਰ ਨਾਟ ਏਬਲ ਟੂ ਮੇਕ ਇਟ। ਤੇ ਇਹ ਵੀ ਇੱਕ ਮੇਜਰ ਰੀਜ਼ਨ ਹੈਗਾ, ਲੇਕਿਨ ਇਸ ਦਾ ਕੋਈ ਹੱਲ ਨਹੀਂ ਹੈਗਾ। ਇਹਦੇ ਲਈ ਸਿਰਫ ਇਹ ਹੈ ਕਿ ਦੇ ਹੈਵ ਟੂ ਚੇਂਜ ਦੇਅਰ ਬਾਇਓਲੋਜੀਕਲ ਕਲੌਕ, ਔਰ ਨਾਲ ਆਪਣਾ ਜਿਹੜਾ ਸਟ੍ਰੈਸ ਹੈਗਾ ਉਹ ਆਪਣਾ ਰਿਲੀਵ ਕਰਨਾ ਚਾਹੀਦਾ। ਉਹਨਾਂ ਨੂੰ ਮੀਲ ਹੈਬਿਟਸ ਵੀ ਅਡਾਪਟ ਕਰਨੀਆਂ ਚਾਹੀਦੀਆਂ। ਟਾਈਮ ਸਾਈਕਲ ਦੀ ਵਜ੍ਹਾ ਨਾਲ ਉਹਨਾਂ ਦੀ ਮੀਲ ਹੈਬਿਟ ਜਿਹੜੀ ਹੈਗੀਆਂ ਖਰਾਬ ਹੋ ਜਾਂਦੀ ਹੈ, ਬਿਕੋਜ਼ ਲੇਟ ਨਾਈਟ ਪਾਰਟੀ ਵੀ ਹੈ ਐਂਡ ਦੇ ਹੈਵ ਟੂ ਕਮ ਇਨ ਦਾ अर्ਲੀ ਮਾਰਨਿੰਗ ਆਲਸੋ, ਤੇ ਓਬਵੀਅਸਲੀ ਦੇ ਹੈਵ ਟੂ ਖਾਣ ਦੇ ਵਿੱਚ ਕੀ ਕੁਝ ਧਿਆਨ ਰੱਖਣ ਦੀ ਜ਼ਰੂਰਤ ਹੈ? ਦੇਖੋ, ਖਾਣ ਦੇ ਵਿੱਚ ਜੋ ਮੈਂ ਪੇਸ਼ੈਂਟਸ ਨੂੰ ਬੇਸਿਕਲੀ ਕਹਿ ਕੇ ਚੱਲਦੀ ਹਾਂ ਕਿ ਸ਼ੂਗਰ, ਵਾਈਟ ਸ਼ੂਗਰ ਇਜ਼ ਦੀ ਕਲਪ੍ਰਿਟ। ਜਿਹੜਾ ਕਿ ਅਸੀਂ ਜੋ ਵੀ ਕੋਈ ਪੇਸ਼ੈਂਟ ਪਲਾਨ ਕਰ ਰਹੇ ਆ ਪ੍ਰੈਗਨੈਂਸੀ ਲਈ, ਔਰ ਕਿ ਮੈਨੇ 6 ਮਹੀਨੇ ਸਾਲ ਇਹ ਪਲਾਨ ਕਰਨੀ ਹੈ, ਐਂਡ ਇਫ ਸ਼ੀ ਇਜ਼ ਲਿਟਲ ਓਵਰਵੇਟ, ਤਾਂ ਵਾਈਟ ਸ਼ੂਗਰ ਇਜ਼ ਦੀ ਫਰਸਟ ਜੋ ਮੈਂ ਗਾਈਡ ਕਰਕੇ ਚੱਲਦੀ ਹਾਂ। ਇਸ ਤੋਂ ਇਲਾਵਾ ਫਰੂਟਸ ਜਿਹੜੇ ਹੈਗੇ ਨੇ, ਜਿਵੇਂ ਕੀਵੀ ਹੋ ਗਿਆ, ਐਵੋਕੈਡੋ ਹੋ ਗਿਆ, ਦੇ ਆਰ ਗੁੱਡ ਸੋਰਸ ਆਫ ਐਂਟੀਆਕਸੀਡੈਂਟਸ। ਇਹਦੇ ਵਿੱਚ ਇਹ ਕਿ ਉਹਨਾਂ ਨੂੰ ਆਪਣੀ ਰੂਟੀਨ ਡਾਈਟ ਦੇ ਵਿੱਚ ਜਿਹੜੇ ਫਰੂਟਸ ਹੈਗੇ ਨੇ ਇਨਕਰੀਜ਼ ਕਰਨੇ ਚਾਹੀਦੇ ਆ। ਸਪੈਸ਼ਲੀ ਯੂ ਹੈਵ ਟੂ ਫੋਲੋ ਵਿਦ ਦੀ ਬ੍ਰਹਮ ਕੁਮਾਰੀਜ਼ ਫਾਰਮੂਲਾ ਦੈਟ ਆਈ ਯੂਜ਼ ਟੂ ਗਿਵ to every patient। ਇਹਨੂੰ ਕਹਿੰਦੇ ਸਾਤਵਿਕ ਫਾਰਮੂਲਾ, that is after 7 PM to 9 AM it is 14-hour fasting formula, that is ਸਾਤਵਿਕ formula that we used to give to every patient ਕਿ ਪਲੀਜ਼ ਇਹਨੂੰ ਫੋਲੋ ਕਰੋ, ਔਰ ਇਹਦੇ ਵਿੱਚ ਸਿਰਫ ਤੁਸੀਂ ਆਪਣਾ ਇੱਕ ਪਾਣੀ ਲਓ। ਬਿਲਕੁਲ, ਬਹੁਤ ਬਹੁਤ ਧੰਨਵਾਦ ਡਾਕਟਰ ਰਿਮੀ ਸਿੰਗਲਾ, ਡਾਕਟਰ ਗਗਨਦੀਪ ਸਿੰਘ ਤੇ ਡਾਕਟਰ ਬਿਰਿੰਦਰ ਸਿੰਘ ਯੋਗੀ। ਬਹੁਤ ਇੰਪੋਰਟੈਂਟ ਤੁਸੀਂ ਅੱਜ ਟਿਪਸ ਦਿੱਤੇ ਕਹਿ ਸਕਦੇ ਹਾਂ, ਜਾਂ ਫਿਰ ਜਿਹੜੇ ਲੋਕ ਨੇ ਉਹਨਾਂ ਨੂੰ ਗਾਈਡ ਕੀਤਾ ਹੈ, ਕਿਉਂਕਿ ਬਹੁਤ ਸਾਰੇ ਮਿਥ ਜਿਹੜੇ ਸੀਗੇ ਉਸ ਨੂੰ ਜ਼ਰੂਰ ਤੁਸੀਂ ਜਿਹੜਾ ਹੈ ਕਲੀਅਰ ਕੀਤਾ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ ਜੀ ਨਿਊਜ਼, ਥੈਂਕ ਯੂ। Thanks a lot।